ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਅੰਕੁਰ ਸੋਨੀ ਤੇ ਵੈਲਕਮ ਹੈ ਤੁਹਾਡਾ ਸਭ ਦਾ ਸਤਲੁਜ ਆਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ ETT ਸੈਕੰਡ ਪੇਪਰ ਦੇ ਆਪਾਂ ਪ੍ਰੀਪਰੇਸ਼ਨ ਕਰ ਰਹੇ ਹਾਂ, ਜਿਹਦੇ ਵਿੱਚ ਹੁਣ ਤੱਕ ਆਪਾਂ ਜੀਓਗ੍ਰਾਫੀ ਦੇ 2 ਚੈਪਟਰ ਜੋ ਹੈ ਕੰਪਲੀਟ ਕਰ ਚੁੱਕੇ ਹਾਂ ਜੀ। ਤੇ ਆਪਾਂ ਕੱਲ ਥਰਡ ਚੈਪਟਰ ਸਟਾਰਟ ਕੀਤਾ ਸੀਗਾ ਕਲਾਈਮੇਟ ਯਾਨੀ ਕਿ ਜਲਵਾਯੂ ਦਾ, ਜਿਸ ਦੀ ਅੱਜ ਸੈਕੰਡ ਕਲਾਸ ਹੈ। ਤਾਂ ਇਸ ਤੋਂ ਪਹਿਲਾਂ ਕਿ ਜੋ ਵੀ ਕੈਂਡੀਡੇਟ ਆਪਣੇ ਚੈਨਲ ਤੇ ਨਵਾਂ ਹੈ ਤੇ ETT ਸੈਕੰਡ ਪੇਪਰ ਦੀ ਪ੍ਰੀਪਰੇਸ਼ਨ ਕਰ ਰਿਹਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤਾਂ ਚਲੋ ਸਟਾਰਟ ਕਰਦੇ ਹਾਂ ਚੈਪਟਰ ਨੂੰ। ਅੱਜ ਆਪਾਂ ਪੜ੍ਹਨ ਵਾਲੇ ਜੀ ਭਾਰਤੀ ਮਾਨਸੂਨੀ ਪ੍ਰਣਾਲੀ ਯਾਨੀ ਕਿ ਆਪਣੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜੋ ਮਾਨਸੂਨ ਦਾ ਮੌਸਮ ਆਉਂਦਾ ਹੈ ਉਹਦਾ ਕੀ ਸਿਸਟਮ ਹੈ, ਕਿਸ ਤਰ੍ਹਾਂ ਆਉਂਦਾ ਹੈ, ਠੀਕ ਹੈ, ਇਸ ਬਾਰੇ ਆਪਾਂ ਸਟੱਡੀ ਕਰਾਂਗੇ। ਤਾਂ ਪਹਿਲਾ ਪੁਆਇੰਟ ਹੈ ਜੀ, ਮਾਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਮੌਸਮ ਸ਼ਬਦ ਤੋਂ ਹੋਇਆ ਹੈ। ਕਿਸ ਤੋਂ ਹੋਇਆ ਹੈ? ਜੋ ਸ਼ਬਦ ਆਪਾਂ ਬੋਲਦੇ ਹਾਂ ਜੀ ਮੌਨਸੂਨ ਆ ਗਿਆ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਕਿਹੜਾ? ਮੌਸਮ ਤੋਂ ਲਿਆ ਗਿਆ ਹੈ। ਅਰਬੀ ਭਾਸ਼ਾ ਦੇ ਸ਼ਬਦ ਮੌਸਮ ਤੋਂ ਸ਼ਬਦ ਬਣਿਆ ਮਾਨਸੂਨ, ਠੀਕ ਹੈ। ਨੈਕਸਟ ਪੁਆਇੰਟ ਹੈ, ਹਿੰਦ ਮਹਾਸਾਗਰ ਤੋਂ ਦੱਖਣ ਪੂਰਬੀ ਵਪਾਰਕ ਪਵਨਾਂ ਭੂਮੱਧ ਰੇਖਾ ਨੂੰ ਪਾਰ ਕਰਦੇ ਹੀ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਘੜੀ ਦੀ ਸੂਈਆਂ ਦੇ ਅਨੁਸਾਰ ਦੱਖਣ ਪੱਛਮ ਤੋਂ ਉੱਤਰ ਪੂਰਬ ਦਿਸ਼ਾ ਗ੍ਰਹਿਣ ਕਰਦੀਆਂ ਹਨ। ਇਹ ਪੌਣਾ ਪਹਿਲੀ ਜੂਨ ਨੂੰ ਦੇਸ਼ ਦੇ ਪੱਛਮ ਤੱਟ 'ਤੇ ਪਹੁੰਚ ਕੇ ਬਹੁਤ ਜ਼ੋਰ ਦੀ ਵਰਖਾ ਕਰਦੀਆਂ ਹਨ, ਠੀਕ ਹੈ, ਬਹੁਤ ਜ਼ੋਰ ਦੀ ਵਰਖਾ ਕਰਦੀਆਂ ਹਨ, ਜਿਸ ਨੂੰ ਮਾਨਸੂਨੀ ਧਮਾਕਾ ਜਾਂ ਮਾਨਸੂਨਾਂ ਦਾ ਫਟਣਾ ਕਿਹਾ ਜਾਂਦਾ ਹੈ। ਤਾਂ ਪੂਰੇ ਪੈਰੇ ਵਿੱਚ ਕੀ ਕਿਹਾ ਗਿਆ ਹੈ ਤੁਹਾਨੂੰ ਮੈਂ ਸਮਝਾਉਣਾ ਕਿ ਦੇਖੋ, ਜਿਵੇਂ ਕਿ ਆਪਣਾ ਇੰਡੀਆ ਦਾ ਮੈਪ ਤੁਸੀਂ ਦੇਖਿਆ ਹੋਏਗਾ ਕਿ ਇਹ ਇੰਡੀਆ ਦਾ ਮੈਪ ਹੈ, ਠੀਕ ਹੈ। ਤਾਂ ਇਹਦੇ ਨੀਚੇ ਕੀ ਹੈ ਜੀ? ਇਹਦੇ ਨੀਚੇ ਕੀ ਬਹਿ ਰਿਹਾ? ਹਿੰਦ ਮਹਾਸਾਗਰ ਹੈ। ਤਾਂ ਕੀ ਹੁੰਦਾ ਹੈ ਕਿ ਜਿਹੜੀਆਂ ਪਵਨਾਂ ਆਪਣੇ ਨੀਚੇ ਵਾਲੇ ਏਰੀਏ ਤੋਂ ਉੱਪਰ ਉੱਠਦੀਆਂ ਨੇ, ਕਦੋਂ? ਜਦੋਂ ਮਾਨਸੂਨ ਦਾ ਮੌਸਮ ਆਉਂਦਾ ਹੈ। ਅਤੇ ਮਾਨਸੂਨ ਕਦੋਂ ਆਉਂਦਾ ਆਪਣੇ ਇੰਡੀਆ ਦੇ ਵਿੱਚ? ਜੂਨ ਦੇ ਪਹਿਲੇ ਹਫਤੇ ਜਿਹੜਾ ਮਾਨਸੂਨ ਆਪਣੇ ਇੰਡੀਆ ਵਿੱਚ ਐਂਟਰ ਕਰਦਾ ਹੈ। ਅਤੇ ਜਿਹੜੀਆਂ ਪਵਨਾਂ ਜਿਹੜੀਆਂ ਨੇ ਨੀਚੋਂ ਦੀ ਉੱਪਰ ਉੱਠਦੀਆਂ ਨੇ ਅਤੇ ਅਰਬ ਸਾਗਰ ਤੋਂ ਜਿਹੜੀਆਂ ਨੇ ਕ੍ਰੋਸ ਕਰਦੀਆਂ ਹੋਈਆਂ ਆਪਣੇ ਇੰਡੀਆ ਵੱਲ ਨੂੰ ਵੱਧਦੀਆਂ ਨੇ। ਅਤੇ ਕੀ ਨੇ? ਦੱਖਣ ਪੱਛਮੀ ਜਿਹੜਾ ਇਹ ਇਲਾਕਾ ਕਿਹੜਾ ਹੈ? ਪੱਛਮੀ ਇਲਾਕਾ ਕਿਹੜਾ ਹੈ ਜੀ? ਪੱਛਮੀ। ਅਤੇ ਨੀਚੋਂ ਆ ਰਹੀਆਂ ਨੇ ਤਾਂ ਦੱਖਣ ਪੱਛਮੀ ਇਲਾਕੇ ਤੋਂ ਉੱਪਰ ਉੱਠਦੀਆਂ ਹੋਈਆਂ ਇਹ ਉੱਤਰ ਪੂਰਬ ਵੱਲ ਨੂੰ ਵੱਧਦੀਆਂ ਨੇ, ਠੀਕ ਹੈ, ਉੱਤਰ ਪੂਰਬ ਵੱਲ ਨੂੰ ਇਸ ਤਰ੍ਹਾਂ, ਠੀਕ ਹੈ ਜੀ। ਅਤੇ ਇਹ ਪਵਨਾਂ ਇਸ ਤਰ੍ਹਾਂ ਵੱਧ ਰਹੀਆਂ ਨੇ ਅਤੇ ਇਹ ਪਵਨਾਂ ਦੇ ਨਾਲ ਕੀ ਹੈ? ਅਰਬ ਸਾਗਰ ਦਾ ਯਾਨੀ ਕਿ ਹਿੰਦ ਮਹਾਸਾਗਰ ਦਾ ਜੋ ਪਾਣੀ ਹੈ ਉਸ ਦੀ ਨਮੀ ਇਹਨਾਂ ਪਵਨਾਂ ਦੇ ਵਿੱਚ ਹੈ ਅਤੇ ਆਪਣੇ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਪਹਾੜ ਨੇ ਉੱਥੇ ਟਕਰਾ ਕੇ ਇਹ ਪਵਨਾਂ ਵਰਖਾ ਕਰਦੀਆਂ ਹਨ, ਠੀਕ ਹੈ। ਤਾਂ ਇਹ ਕਿਹੜੀਆਂ ਨੇ? ਇਹ ਦੱਖਣ ਪੱਛਮੀ ਪਵਨਾਂ ਨੇ, ਵਪਾਰਿਕ ਪਵਨਾਂ, ਠੀਕ ਹੈ। ਇਹ ਇਸ ਪੈਰੇ ਵਿੱਚ ਕਿਹਾ ਗਿਆ ਹੈ। ਨੈਕਸਟ ਆਪਣਾ ਪੁਆਇੰਟ ਹੈ, ਜੂਨ ਤੋਂ ਬਾਅਦ ਅੱਧ ਸਤੰਬਰ ਤੱਕ ਇਹ ਮਾਨਸੂਨ ਪੌਣਾ ਸਾਰੇ ਦੇਸ਼ ਵਿੱਚ ਪਹੁੰਚ ਕੇ ਵਰਖਾ ਪ੍ਰਦਾਨ ਕਰਦੀਆਂ ਨੇ। ਕਦੋਂ? ਜੂਨ ਤੋਂ ਲੈ ਕੇ ਅਤੇ ਅੱਧ ਸਤੰਬਰ ਤੱਕ, ਠੀਕ ਹੈ ਜੀ। ਕਿੰਨਾ ਹੋ ਗਿਆ? ਜੂਨ, ਜੁਲਾਈ, ਅਗਸਤ, ਸਤੰਬਰ, ਠੀਕ ਹੈ। ਲਗਭਗ ਐਵਰੇਜ 4-5 ਮਹੀਨੇ ਤੱਕ ਜਿਹੜੀਆਂ ਨੇ ਇਹਨਾਂ ਪਵਨਾਂ ਤੋਂ ਜਿਹੜਾ ਹੈ ਆਪਣੇ ਦੇਸ਼ ਵਿੱਚ ਵਰਖਾ ਹੁੰਦੀ ਹੈ, ਅਲੱਗ-ਅਲੱਗ ਹਿੱਸਿਆਂ ਦੇ ਵਿੱਚ। ਨੈਕਸਟ ਪੁਆਇੰਟ ਹੈ, ਸਰਦੀਆਂ ਵਿੱਚ ਤਾਮਿਲਨਾਡੂ ਵਿੱਚ ਬਹੁਤ ਸਾਰੀ ਵਰਖਾ ਵਾਪਸ ਮੁੜਦੀਆਂ ਹੋਈਆਂ ਮਾਨਸੂਨ ਪੌਣਾ ਦੁਆਰਾ ਹੁੰਦੀ ਹੈ, ਠੀਕ ਹੈ। ਯਾਨੀ ਕਿ ਜੋ ਸਰਦੀਆਂ ਦੇ ਵਿੱਚ ਜੋ ਮਾਨਸੂਨ ਆਉਂਦਾ ਹੈ ਜੀ, ਉਹ ਆਪਣੇ ਇੰਡੀਆ ਦੇ ਵਿੱਚ ਜੂਨ ਦੇ ਵਿੱਚ ਐਂਟਰ ਕਰਦਾ ਹੈ ਅਤੇ ਲਗਭਗ ਸਤੰਬਰ ਦੇ ਜਾਂ ਫਿਰ ਅਕਤੂਬਰ ਦੇ ਸਟਾਰਟਿੰਗ ਤੱਕ ਜਿਹੜਾ ਹੈ ਮਾਨਸੂਨ ਚੱਲਦਾ ਹੈ। ਉਸ ਤੋਂ ਬਾਅਦ ਜਿਹੜੀ ਹੈ ਹੌਲੀ ਹੌਲੀ ਸਰਦੀਆਂ ਦਾ ਰੁੱਤ ਜਿਹੜੀ ਹੈ ਸ਼ੁਰੂ ਹੁੰਦੀ ਹੈ ਅਤੇ ਸਰਦੀਆਂ ਦੇ ਵਿੱਚ ਜੋ ਹੈ ਤਾਮਿਲਨਾਡੂ ਜੋ ਆਪਣੇ ਪੂਰਬੀ ਤੱਟ 'ਤੇ ਹੈ, ਕਿੱਥੇ ਹੈ? ਪੂਰਬੀ ਤੱਟ ਦਾ ਜਿਹੜਾ ਇਲਾਕਾ ਹੈ ਤਾਮਿਲਨਾਡੂ ਰਾਜ ਹੈ, ਉਹਦੇ ਵਿੱਚ ਜੋ ਹੈ ਬਹੁਤ ਜ਼ਿਆਦਾ ਬਰਸਾਤ ਹੁੰਦੀ ਹੈ ਅਤੇ ਹੜ੍ਹ ਵੀ ਆ ਜਾਂਦੇ ਨੇ ਉਸ ਟਾਈਮ 'ਤੇ। ਅਤੇ ਇਹ ਜੋ ਬਰਸਾਤ ਹੁੰਦੀ ਹੈ ਤਾਮਿਲਨਾਡੂ 'ਚ, ਇਹ ਹੁੰਦੀਆਂ ਨੇ ਮੁੜਦੀਆਂ ਹੋਈਆਂ ਜੋ ਮਾਨਸੂਨੀ ਪਵਨਾਂ ਨੇ। ਯਾਨੀ ਕਿ ਪਹਿਲਾਂ ਪਵਨਾਂ ਜੋ ਹੈ ਕੀ ਹੈ ਆਪਣੇ ਹਿੰਦ ਮਹਾਸਾਗਰ ਨੂੰ ਕ੍ਰੋਸ ਕਰਕੇ ਉੱਪਰ ਨੂੰ ਜਾ ਰਹੀਆਂ ਨੇ, ਉੱਪਰ ਨੂੰ ਜਾ ਕੇ ਸਰਦੀਆਂ ਵਿੱਚ ਵਾਪਿਸ ਜੋ ਨੇ ਇਹ ਨੀਚੇ ਵਾਪਿਸ ਆਉਂਦੀਆਂ। ਅਤੇ ਜਦੋਂ ਵਾਪਿਸ ਨੀਚੇ ਅਰਬ ਸਾਗਰ ਵੱਲ ਨੂੰ ਆਉਂਦੀਆਂ ਨੇ ਜਾਂ ਹਿੰਦ ਮਹਾਸਾਗਰ ਵੱਲ ਨੂੰ ਆਉਂਦੀਆਂ ਨੇ ਤਾਂ ਆਪਣੇ ਜੋ ਪੂਰਬੀ ਤੱਟ, ਕਿਹੜਾ ਪੂਰਬੀ ਤੱਟ 'ਤੇ ਜਿਹੜਾ ਤਾਮਿਲਨਾਡੂ ਸਟੇਟ ਹੈ ਇੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਠੀਕ ਹੈ ਜੀ। ਨੈਕਸਟ ਪੁਆਇੰਟ ਹੈ, ਮਾਨਸੂਨੀ ਵਰਖਾ ਦੀਆਂ ਵਿਸ਼ੇਸ਼ਤਾਵਾਂ। ਯਾਨੀ ਕਿ ਆਪਣੇ ਮੌਨਸੂਨ ਦੇ ਵਿੱਚ ਜੋ ਵਰਖਾ ਹੁੰਦੀਆਂ ਨੇ ਉਹਦੇ ਕੀ ਕੀ ਕਰੈਕਟਰਿਸਟਿਕਸ ਨੇ, ਵਿਸ਼ੇਸ਼ਤਾਵਾਂ ਕੀ ਕੀ ਨੇ, ਉਹਨਾਂ ਬਾਰੇ ਆਪਾਂ ਹੁਣ ਪੜ੍ਹਾਂਗੇ, ਠੀਕ ਹੈ ਜੀ। ਦੇਸ਼ ਦੀ ਔਸਤ ਸਾਲਾਨਾ ਵਰਖਾ ਦੀ ਮਾਤਰਾ 118 ਸੈਂਟੀਮੀਟਰ ਦੇ ਲਗਭਗ ਹੈ, ਠੀਕ ਹੈ। ਇਹ ਆਪਣੇ ਦੇਸ਼ ਦੀ ਔਸਤ ਵਰਖਾ ਹੈ। ਕਿੰਨੀ ਔਸਤ? ਯਾਨੀ ਕਿ ਅਲੱਗ-ਅਲੱਗ ਏਰੀਏ ਦੇ ਵਿੱਚ ਜੋ ਹੈ ਵਰਖਾ ਅਲੱਗ-ਅਲੱਗ ਹੁੰਦੀ ਹੈ, ਕਿਤੇ ਘੱਟ ਅਤੇ ਕਿਤੇ ਜ਼ਿਆਦਾ, ਪਰ ਲੇਕਿਨ ਓਵਰਆਲ ਅਗਰ ਆਪਾਂ ਐਵਰੇਜ ਦੀ ਗੱਲ ਕਰੀਏ ਤਾਂ ਹੈ ਜੀ 118 ਸੈਂਟੀਮੀਟਰ। ਇਹ ਵੀ ਕੁਐਸਚਨ ਬਣ ਸਕਦਾ ਹੈ ਕਿ ਭਾਰਤ ਦੇਸ਼ ਦੇ ਵਿੱਚ ਸਾਲਾਨਾ ਔਸਤ ਵਰਖਾ ਕਿੰਨੀ ਹੁੰਦੀ ਹੈ? 118 ਸੈਂਟੀਮੀਟਰ ਸਾਲਾਨਾ ਔਸਤ ਵਰਖਾ ਹੁੰਦੀ ਹੈ। ਨੈਕਸਟ ਪੁਆਇੰਟ ਹੈ, ਵਰਖਾ ਦੀ ਰੁੱਤ ਅਤੇ ਮਾਤਰਾ, ਠੀਕ ਹੈ। ਦੇਸ਼ ਦੀ ਵਧੇਰੀ ਵਰਖਾ ਦਾ 87% ਹਿੱਸਾ ਮਾਰਚ ਤੋਂ ਲੈ ਕੇ ਸਤੰਬਰ ਤੱਕ ਦੀ ਗਰਮੀਆਂ ਦੇ ਰੁੱਤ ਵਿੱਚ ਮਾਨਸੂਨ ਪੌਣਾ ਰਾਹੀਂ ਹੁੰਦਾ ਹੈ, ਠੀਕ ਹੈ। ਕਿੰਨਾ? 87%।
ਪੂਰੇ ਦੇਸ਼ ਦੇ ਅੰਦਰ ਪੂਰੇ ਸਾਲ 'ਚ ਜਿੰਨੀ ਵੀ ਵਰਖਾ ਹੁੰਦੀ ਹੈ ਉਹਦਾ 87% ਜੋ ਹੈ ਇਕੱਲੀ ਮਾਨਸੂਨੀ ਪਵਨਾਂ ਦੇ ਰਾਹੀਂ ਜਿਹੜੀ ਹੈ ਵਰਖਾ ਹੁੰਦੀ ਹੈ, ਜੋ ਕਿ ਕਦੋਂ ਹੁੰਦੀ ਹੈ ਜੀ? ਉਹ ਹੁੰਦੀ ਹੈ ਮਾਰਚ ਤੋਂ ਲੈ ਕੇ ਸਤੰਬਰ ਤੱਕ। ਕਿੱਥੋਂ? ਮਾਰਚ ਤੋਂ ਲੈ ਕੇ ਸਤੰਬਰ ਤੱਕ। ਬਾਕੀ ਦਾ 13% ਮਾਨਸੂਨ ਰੁੱਤ ਤੋਂ ਬਾਅਦ ਸਰਦੀਆਂ ਦੇ ਮਹੀਨਿਆਂ ਵਿੱਚ ਚੱਕਰਵਾਤਾਂ ਦੇ ਵਾਪਸ ਮੁੜਦਿਆਂ ਪੌਣਾ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਤੇ ਜੋ ਵਰਖਾ ਆਪਣੀ ਸਰਦੀ ਦੇ ਵਿੱਚ ਹੁੰਦੀ ਹੈ ਉਹ ਟੋਟਲ ਸਾਲ ਦਾ 13% ਜਿਹੜੀ ਹੁੰਦੀ ਹੈ, ਜੋ ਕਿ ਵਾਪਸ ਲੋਟਦੇ ਮਾਨਸੂਨ ਹੁੰਦੇ ਨੇ, ਜਿਹਨੂੰ ਆਪਾਂ ਕਹਿੰਦੇ ਆ ਰੀਟਰੀਟਿੰਗ ਮਾਨਸੂਨ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਅਸਮਾਨ ਵੰਡ, ਯਾਨੀ ਕਿ ਪੂਰੇ ਦੇਸ਼ ਦੇ ਵਿੱਚ ਜੋ ਹੈ ਵਰਖਾ ਦੀ ਵੰਡ ਹੈ। ਅਗਰ ਆਪਾਂ ਗੱਲ ਕਰੀਏ ਕਿ ਅਲੱਗ-ਅਲੱਗ ਹਿੱਸੇ ਵਿੱਚ ਅਲੱਗ-ਅਲੱਗ ਟਾਈਮ 'ਤੇ ਅਲੱਗ-ਅਲੱਗ ਮਾਤਰਾ ਵਿੱਚ ਵਰਖਾ ਹੁੰਦੀ ਹੈ। ਪੜ੍ਹਦੇ ਹਾਂ, ਸਾਰੇ ਦੇਸ਼ ਵਿੱਚ ਵਰਖਾ ਦੀ ਵੰਡ ਇੱਕ ਸਮਾਨ ਨਹੀਂ ਹੈ। ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ ਅਤੇ ਮੇਘਾਲਿਆ ਦੇ ਅਸਾਮ ਦੀਆਂ ਪਹਾੜੀਆਂ 'ਤੇ 250 ਸੈਂਟੀਮੀਟਰ, ਧਿਆਨ ਰੱਖਣਾ ਹੈ ਕਿੰਨਾ? 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ, ਜਦ ਕਿ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਕਸ਼ਮੀਰ ਵਿੱਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ। ਤਾਂ ਸਭ ਤੋਂ ਜ਼ਿਆਦਾ ਵਰਖਾ ਵਾਲੇ ਜਿਹੜੇ ਨੇ ਇਲਾਕੇ ਕਿਹੜੇ ਨੇ? ਉਹ ਹੈ ਜੀ ਮੇਘਾਲਿਆ ਅਤੇ ਅਸਾਮ ਦੀਆਂ ਪਹਾੜੀਆਂ, ਅਤੇ ਇਸ ਤੋਂ ਇਲਾਵਾ ਪੱਛਮੀ ਘਾਟ ਦੀਆਂ ਜਿਹੜੀਆਂ ਪੱਛਮੀ ਢਲਾਨਾਂ ਨੇ। ਯਾਨੀ ਕਿ ਅਗਰ ਆਪਾਂ ਗੱਲ ਕਰੀਏ ਕਿ ਜਦੋਂ ਮੌਨਸੂਨ ਆਉਂਦਾ ਹੈ ਤਾਂ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਆਪਣੇ ਇੰਡੀਆ ਵਿੱਚ ਐਂਟਰ ਕਰਦਾ ਹੈ, ਅਤੇ ਆਪਣੇ ਇੰਡੀਆ ਜਿਹੜਾ ਪੱਛਮੀ ਘਾਟ ਹੈ ਇਹ ਵਾਲਾ, ਠੀਕ ਹੈ, ਇਸ ਘਾਟ ਦਾ ਜਿਹੜਾ ਇਹ ਵਾਲਾ ਇਲਾਕਾ ਹੈ ਪੱਛਮੀ ਇਲਾਕਾ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਇੱਥੇ ਲਾਈਨ ਮਾਰ ਦਈਏ ਤਾਂ ਇਹ ਵਾਲਾ ਜੋ ਇਲਾਕਾ ਹੈ ਇਸ ਲਾਈਨ ਦਾ ਪੱਛਮੀ ਹਿੱਸਾ ਹੈ, ਅਤੇ ਇਹ ਵਾਲਾ ਇਲਾਕਾ ਇਸ ਲਾਈਨ ਦਾ ਪੂਰਬੀ ਹਿੱਸਾ ਹੈ। ਤਾਂ ਪੱਛਮੀ ਘਾਟ ਦਾ ਜਿਹੜਾ ਪੱਛਮੀ ਇਲਾਕਾ ਹੈ ਇੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਕਦੋਂ? ਮਾਨਸੂਨ ਦੇ ਟਾਈਮ 'ਤੇ। ਅਤੇ ਉਸੇ ਟਾਈਮ ਦੇ ਅੰਦਰ ਜੋ ਆਪਣੇ ਉੱਤਰੀ ਪੂਰਬੀ ਰਾਜ ਨੇ, ਠੀਕ ਹੈ ਜੀ, ਇਹਨਾਂ ਦੇ ਵਿੱਚ ਕੀ ਹੈ ਕਿ ਮੇਘਾਲਿਆ ਅਤੇ ਅਸਾਮ ਦੇ ਵਿੱਚ ਕੀ ਨੇ? ਪਹਾੜੀਆਂ ਪਾਈ ਜਾਂਦੀਆਂ ਨੇ। ਕਿਹੜੀਆਂ? ਮੇਘਾਲਿਆ 'ਚ ਨੇ ਗਾਰੋ ਖਾਸੋ ਜਯੰਤੀਆਂ, ਉਹਨਾਂ ਦੇ ਵਿੱਚ ਜੋ ਹੈ ਬੱਦਲਾਂ ਦੀ ਜਾਂ ਫਿਰ ਵਪਾਰਿਕ ਪੌਣਾ ਫਸ ਕੇ ਉੱਥੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਨੇ। ਇਸ ਕਰਕੇ ਮਾਨਸੂਨ ਦੇ ਅੰਦਰ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ ਆਪਣੇ ਪੱਛਮੀ ਘਾਟ ਦੇ ਪੱਛਮੀ ਤੱਟ ਦੇ ਅੰਦਰ, ਅਤੇ ਅਸਾਮ ਅਤੇ ਮੇਘਾਲਿਆ ਦੇ ਜਿਹੜੇ ਨੇ ਸਟੇਟ ਨੇ ਉਹਨਾਂ ਵਿੱਚ। ਲੇਕਿਨ ਇਸ ਦੇ ਉਲਟ ਜਿਹੜੀ 25 ਸੈਂਟੀਮੀਟਰ, ਸਿਰਫ 25 ਸੈਂਟੀਮੀਟਰ ਵਰਖਾ ਹੁੰਦੀ ਹੈ ਆਪਣੇ ਪੱਛਮੀ ਰਾਜਸਥਾਨ ਦਾ ਏਰੀਆ ਹੋ ਗਿਆ, ਪੱਛਮੀ ਗੁਜਰਾਤ ਦਾ ਏਰੀਆ ਹੋ ਗਿਆ, ਜਾਂ ਫਿਰ ਉੱਤਰੀ ਕਸ਼ਮੀਰ ਦਾ ਏਰੀਆ ਹੋ ਗਿਆ। ਲੇਕਿਨ ਇਸ ਦੇ ਉਲਟ ਜਿਹੜੀ ਹੈ 250 ਸੈਂਟੀਮੀਟਰ ਤੋਂ ਜ਼ਿਆਦਾ ਹੁੰਦੀ ਹੈ ਪੱਛਮੀ ਘਾਟ ਵਾਲੇ ਇਲਾਕੇ 'ਚ। ਨੈਕਸਟ ਪੁਆਇੰਟ ਹੈ ਜੀ ਅਨਿਸ਼ਚਿਤਤਾ। ਅਨਿਸ਼ਚਿਤਤਾ ਯਾਨੀ ਕਿ ਅਨਸਰਟੇਨਿਟੀ, ਠੀਕ ਹੈ ਜੀ। ਇਹ ਕੀ ਹੈ? ਭਾਰਤ ਵਿੱਚ ਹੋਣ ਵਾਲੀ ਮਾਨਸੂਨ ਵਰਖਾ ਦੀ ਮਾਤਰਾ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੈ। ਕਦੇ ਤਾਂ ਬਹੁਤ ਜ਼ਿਆਦਾ ਵਰਖਾ ਹੋ ਜਾਣ ਕਰਕੇ ਕਈ ਥਾਵਾਂ 'ਤੇ ਹੜ੍ਹ ਆ ਜਾਂਦੇ ਨੇ, ਅਤੇ ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਕਿ ਸੋਕਾ ਪੈ ਜਾਣ ਕਰਕੇ ਫਸਲਾਂ ਨਸ਼ਟ ਹੋ ਜਾਂਦੀਆਂ ਨੇ। ਯਾਨੀ ਕਿ ਕਦੇ ਤਾਂ ਜਿਹੜੀ ਹੈ ਵਰਖਾ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਇਲਾਕਿਆਂ ਦੇ ਵਿੱਚ ਜਾਂ ਕਈ ਰਾਜਾਂ ਦੇ ਵਿੱਚ ਜੋ ਹੈ ਹੜ੍ਹ ਆ ਜਾਂਦੇ ਨੇ, ਤੂਫਾਨ ਯਾਨੀ ਕਿ ਆ ਜਾਂਦੇ ਨੇ। ਪਰ ਲੇਕਿਨ ਕਦੇ ਕਿਸੇ ਇਲਾਕੇ ਵਿੱਚ ਇੰਨੀ ਘੱਟ ਵਰਖਾ ਹੁੰਦੀ ਹੈ ਕਿ ਜੋ ਫਸਲਾਂ ਨੇ ਉਹ ਵੀ ਸੁੱਕ ਜਾਂਦੀਆਂ ਨੇ, ਜਾਂ ਫਿਰ ਉਸ ਇਲਾਕੇ 'ਚ ਸੋਕਾ ਪੈ ਜਾਂਦਾ ਹੈ। ਜਿਵੇਂ ਕਿ ਆਪਣਾ ਮੈਕਸੀਮਮ ਸੋਕਾ ਜਿਹੜਾ ਪੈਂਦਾ ਹੈ ਜੀ ਰਾਜਸਥਾਨ ਵਾਲੇ ਪਾਸੇ 'ਤੇ ਬਹੁਤ ਜ਼ਿਆਦਾ ਘੱਟ ਵਰਖਾ ਹੁੰਦੀ ਹੈ। ਯਾਨੀ ਕਿ ਵਰਖਾ ਜੋ ਹੈ ਉਹ ਅਨਿਸ਼ਚਿਤ ਹੈ, ਠੀਕ ਹੈ। ਐਵੇਂ ਨਹੀਂ ਹੈ ਕਿ ਹਰ ਸਾਲ ਇੱਕੋ ਸਥਾਨ 'ਤੇ ਜਿਹੜੀ ਹੈ ਉਹਦੀ ਸੇਮ ਮਾਤਰਾ ਰਹੇਗੀ, ਕਦੇ ਬਹੁਤ ਜ਼ਿਆਦਾ ਅਤੇ ਕਦੇ ਬਹੁਤ ਘੱਟ। ਨੈਕਸਟ ਪੁਆਇੰਟ ਹੈ ਪਰਬਤੀ ਵਰਖਾ। ਕੀ ਹੈ ਜੀ? ਪਰਬਤੀ ਵਰਖਾ। ਮਾਨਸੂਨੀ ਵਰਖਾ ਅਸਲ ਵਿੱਚ ਨਮੀ ਵਾਲੀ ਪੌਣ ਦੁਆਰਾ ਪਰਬਤਾਂ ਅਤੇ ਮੈਦਾਨੀ ਭਾਗਾਂ ਦੇ ਨਾਲ ਉਚਾਈ ਗ੍ਰਹਿਣ ਕਰ ਲੈਣ ਕਰਕੇ ਅਤੇ ਠੰਡੀ ਹੋ ਜਾਣ ਕਾਰਨ ਹੁੰਦੀ ਹੈ। ਇਸ ਕਰਕੇ ਪਰਬਤਾਂ ਦੀਆਂ ਦੱਖਣੀ ਅਤੇ ਪੌਣ ਮੁਖੀ ਢਲਾਨਾਂ 'ਤੇ ਜ਼ਿਆਦਾ ਵਰਖਾ ਹੁੰਦੀ ਹੈ, ਅਤੇ ਪਰਬਤਾਂ ਦੀਆਂ ਉੱਤਰੀ ਅਤੇ ਪੌਣ ਵਿਮੁਖੀ ਢਲਾਨਾਂ ਵਰਖਾ ਓਟ ਖਿੱਤੇ ਰੇਨ ਸ਼ੈਡੋ ਏਰੀਆ। ਦੇਖੋ ਇਹ ਪੁਆਇੰਟ ਜਿਹੜਾ ਹੈ ਇੰਪੋਰਟੈਂਟ ਹੋਏਗਾ। ਰੇਨ ਸ਼ੈਡੋ ਏਰੀਆ ਵਿੱਚ ਸਥਿਤ ਹੋਣ ਕਰਕੇ ਖੁਸ਼ਕ ਰਹਿ ਜਾਂਦੇ ਨੇ। ਯਾਨੀ ਕਿ ਇਹਦੇ ਵਿੱਚ ਕੀ ਆਖਿਆ ਗਿਆ ਹੈ, ਕੀ ਸਮਝਾਇਆ ਗਿਆ ਹੈ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਆਪਣਾ ਇੰਡੀਆ ਦਾ ਮੈਪ, ਠੀਕ ਹੈ, ਐਸਾ ਹੈ ਐਸਾ। ਇੰਡੀਆ ਦੇ ਮੈਪ ਦੇ ਥਰੂ ਆਪਾਂ ਗੱਲ ਕਰੀਏ ਤਾਂ ਆਪਣੇ ਨੀਚੇ ਕੀ ਹੈ ਜੀ ਹਿੰਦ ਮਹਾਸਾਗਰ ਜਿਹੜਾ ਹੈ ਵਹਿ ਰਿਹਾ ਹੈ, ਅਤੇ ਇੱਥੋਂ ਕੀ ਹੈ ਪਵਨਾਂ ਆ ਰਹੀਆਂ ਨੇ। ਤਾਂ ਕੀ ਹੈ ਆਪਣੇ ਇੰਡੀਆ ਦੇ ਵਿੱਚ ਨੇ ਅਲੱਗ-ਅਲੱਗ ਪਹਾੜ ਨੇ। ਫੋਰ ਐਗਜ਼ਾਮਪਲ ਗੱਲ ਕਰੀਏ ਉੱਪਰ ਕਿਹੜੇ ਨੇ? ਹਿਮਾਲਿਆ ਦੇ ਪਹਾੜ। ਇੱਥੇ ਆਪਣਾ ਹੈਗਾ ਜੀ ਅਰਾਵਲੀ ਪਰਬਤ, ਠੀਕ ਹੈ। ਇੱਥੇ ਆਪਣਾ ਸਤਪੁੜਾ ਪਰਬਤ ਹੈ। ਇੱਥੇ ਆਪਣਾ ਵਿੰਧਿਆਚਲ ਪਰਬਤ ਹੈ, ਠੀਕ ਹੈ। ਤੁਸੀਂ ਵੇਖਿਆ ਹੋਏਗਾ, ਆਪਾਂ ਜੋ ਹੈ ਪੁਰਾਣੀਆਂ ਕਲਾਸਾਂ ਅੰਦਰ ਇਹ ਪੜ੍ਹ ਚੁੱਕੇ ਹਾਂ। ਅਤੇ ਜਦੋਂ ਇਹ ਪਵਨਾਂ ਆਉਂਦੀਆਂ ਨੇ ਨਮੀ ਲੈ ਕੇ ਸਮੁੰਦਰ ਦੇ ਵਿੱਚੋਂ, ਤਾਂ ਕੀ ਹੁੰਦਾ ਹੈ? ਇੱਥੇ ਆਪਣੇ ਨੇ ਪੱਛਮੀ ਘਾਟ ਦੇ ਪਰਬਤ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਇਹ ਪਵਨਾਂ ਜਿਹੜੀਆਂ ਨੇ ਇੱਧਰ
ਪੱਛਮੀ ਘਾਟ ਦੇ ਅੰਦਰ ਜੋ ਪਰਬਤ ਨੇ ਉਹਨਾਂ ਨਾਲ ਟਕਰਾ ਕੇ ਇੱਥੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਨੇ। ਠੀਕ ਹੈ ਜੀ, ਇੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਆਪਣੇ ਕੇਰਲ ਸਟੇਟ ਦੇ ਅੰਦਰ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਇਹ ਵਾਲਾ ਇਲਾਕਾ ਹੈ ਕਿਹੜਾ, ਇਹ ਕਰਨਾਟਕਾ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਜਾਂ ਗੁਜਰਾਤ ਵਾਲਾ ਥੋੜ੍ਹਾ ਇਲਾਕਾ ਹੋ ਗਿਆ, ਜਾਂ ਉੱਪਰ ਆਪਾਂ ਗੱਲ ਕਰੀਏ ਰਾਜਸਥਾਨ ਵਾਲਾ ਜਿਹੜਾ ਇਲਾਕਾ ਹੋ ਗਿਆ, ਤਾਂ ਇਹਨਾਂ 'ਚ ਕੀ ਹੈ ਕਿ ਪਵਨਾਂ ਜਿਹੜੀਆਂ ਨੇ ਪਹਾੜਾਂ ਨਾਲ ਨਹੀਂ ਟਕਰਾਉਂਦੀਆਂ। ਕਿਉਂਕਿ ਉੱਥੇ ਜਿਹੜੇ ਪਹਾੜ ਨੇ ਉਹ ਪਵਨਾਂ ਦੀ ਦਿਸ਼ਾ ਦੇ ਪੈਰਲਲ ਨੇ, ਸਮਾਨਾਂਤਰ ਨੇ। ਠੀਕ ਹੈ, ਅਗਰ ਤਾਂ ਪਹਾੜ ਇਸ ਤਰ੍ਹਾਂ ਹੋਣ, ਠੀਕ ਹੈ, ਟੇਢੇ, ਅਤੇ ਵਰਖਾ ਜਿਹੜੀ ਪਵਨਾਂ ਨੇ ਉਹ ਇਸ ਤਰ੍ਹਾਂ ਆਉਣ 'ਤੇ ਟਕਰਾ ਕੇ ਇੱਥੇ ਵਰਖਾ ਕਰਦੇ ਨੇ। ਪਰ ਲੇਕਿਨ ਉੱਥੇ ਜਿਹੜੇ ਪਹਾੜ ਨੇ ਉਹ ਇਸ ਤਰ੍ਹਾਂ ਦੇ ਨੇ ਅਤੇ ਪਵਨਾਂ ਇਸ ਤਰ੍ਹਾਂ ਆ ਕੇ ਜਿਹੜੀਆਂ ਨੇ ਉਹਨਾਂ ਦੇ ਪੈਰਲਲ ਗੁਜ਼ਰ ਜਾਂਦੀਆਂ ਨੇ। ਇਸ ਕਰਕੇ ਕੀ ਹੈ ਕਿ ਉੱਥੇ ਵਰਖਾ ਨਹੀਂ ਹੁੰਦੀ। ਤਾਂ ਪਵਨਾਂ ਦਾ ਪੈਰਲਲ ਗੁਜ਼ਰ ਜਾਣਾ ਅਤੇ ਉੱਥੇ ਵਰਖਾ ਨਾ ਹੋਣਾ, ਉਸ ਏਰੀਏ ਨੂੰ ਕਹਿ ਦਿੰਦੇ ਨੇ ਰੇਨ ਸ਼ੈਡੋ ਏਰੀਆ, ਯਾਨੀ ਕਿ ਵਰਖਾ ਓਟ ਖੇਤਰ। ਕੀ ਇੱਥੇ ਕੀ ਹੈ, ਇੱਥੇ ਪਹਾੜਾਂ ਦੀ ਓਟ ਹੋ ਗਈ, ਵਰਖਾ ਨਹੀਂ ਹੋਈ। ਠੀਕ ਹੈ ਜੀ, ਇਹ ਹੋ ਗਿਆ, ਇਹਨੂੰ ਕਹਿੰਦੇ ਨੇ ਰੇਨ ਸ਼ੈਡੋ ਏਰੀਆ। ਆਈ ਹੋਪ ਤੁਹਾਨੂੰ ਇਹ ਰੇਨ ਸ਼ੈਡੋ ਏਰੀਆ ਵਾਲਾ ਜਿਹੜਾ ਪੁਆਇੰਟ ਹੈ ਇਹ ਕਲੀਅਰ ਹੋ ਗਿਆ ਹੋਏਗਾ। ਨੈਕਸਟ ਹੈ ਜੀ ਭਾਰਤ ਅੰਦਰ ਸਾਲਾਨਾ ਵਰਖਾ ਦੀ ਵੰਡ। ਹੁਣ ਭਾਰਤ ਦੇ ਅੰਦਰ ਜਿਹੜੀ ਹੈ ਵਰਖਾ ਦੀ ਵੰਡ ਕੀਤੀ ਗਈ ਹੈ ਮਾਤਰਾ ਦੇ ਅਕੋਰਡਿੰਗ, ਕਿ ਕਿਹੜੇ ਏਰੀਏ 'ਚ ਕਿੰਨੀ ਵਰਖਾ ਹੁੰਦੀ ਹੈ। ਸਾਲ ਦੇ ਦੌਰਾਨ ਵਰਖਾ ਦੀ ਪੈਣ ਦੇ ਆਧਾਰ 'ਤੇ ਦੇਸ਼ ਨੂੰ 5 ਵੱਡੇ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ। ਤਾਂ ਕਿਹੜੇ ਕਿਹੜੇ ਖੇਤਰ ਨੇ ਆਪਾਂ ਦੇਖਦੇ ਹਾਂ। ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰਾਂ, ਯਾਨੀ ਕਿ 200 ਸੈਂਟੀਮੀਟਰ ਤੋਂ ਵੱਧ ਜਿੱਥੇ ਵਰਖਾ ਹੁੰਦੀ ਹੈ ਉਹਨੂੰ ਕਹਤਾ ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰ। ਅਤੇ ਜਿਨ੍ਹਾਂ ਇਲਾਕਿਆਂ 'ਚ 150 ਤੋਂ 200 ਸੈਂਟੀਮੀਟਰ ਦੇ ਵਿਚਾਲੇ ਵਰਖਾ ਹੁੰਦੀ ਹੈ ਉਸ ਨੂੰ ਆਖਤਾ ਵੱਧ ਵਰਖਾ ਵਾਲੇ ਖੇਤਰ। ਅਤੇ ਜਿਹੜੇ ਇਲਾਕਿਆਂ ਦੇ ਵਿੱਚ 100 ਸੈਂਟੀਮੀਟਰ ਤੋਂ 150 ਸੈਂਟੀਮੀਟਰ ਤੱਕ ਵਰਖਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਦਰਮਿਆਨੀ ਵਰਖਾ ਵਾਲੇ ਖੇਤਰ। ਇਸ ਤੋਂ ਇਲਾਵਾ ਜੋ 50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤੱਕ ਦੀ ਵਰਖਾ ਵਾਲੇ ਖੇਤਰ ਨੇ ਉਹਨੂੰ ਆਖਦੇ ਨੇ ਘੱਟ ਵਰਖਾ ਵਾਲੇ ਖੇਤਰ। ਅਤੇ ਜੋ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ਜਿਨ੍ਹਾਂ ਇਲਾਕਿਆਂ 'ਚ ਉਹਨੂੰ ਆਖਤਾ ਬਹੁਤ ਹੀ ਘੱਟ ਵਰਖਾ ਵਾਲੇ ਖੇਤਰ। ਹੁਣ ਆਪਾਂ 1 ਬਾਏ 1 ਨੂੰ ਸਟੱਡੀ ਕਰ ਲੈਣਾ। ਜੋ ਪਹਿਲਾ ਹੈ ਜੀ ਉਹ ਹੈ ਬਹੁਤ ਘੱਟ ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰ। ਕਿਹੜੇ ਬਹੁਤ ਜ਼ਿਆਦਾ, ਯਾਨੀ ਕਿ ਕਿੰਨੇ, 200 ਸੈਂਟੀਮੀਟਰ ਪਲੱਸ ਵਾਲੇ। ਠੀਕ ਹੈ, ਤਾਂ ਦੇਖਦੇ ਹਾਂ ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ 'ਤੇ ਅਰਬ ਸਾਗਰ ਤੋਂ ਆਉਣ ਵਾਲੀਆਂ ਦੱਖਣੀ ਪੱਛਮੀ ਮਾਨਸੂਨ ਪੌਣਾ ਦੁਆਰਾ ਤਟੀ ਖੇਤਰਾਂ 'ਤੇ ਚੜ੍ਹਨ ਸਾਰ ਬਹੁਤ ਜ਼ਿਆਦਾ ਵਰਖਾ ਕੀਤੀ ਜਾਂਦੀ ਹੈ। ਇਹਨਾਂ ਤੱਟਾਂ 'ਤੇ 5 ਮਹੀਨੇ ਮਈ ਤੋਂ ਅਕਤੂਬਰ ਤੱਕ, ਇਹ ਧਿਆਨ ਰੱਖਣਾ, ਮਈ ਤੋਂ ਅਕਤੂਬਰ ਤੱਕ ਵਰਖਾ ਹੁੰਦੀ ਰਹਿੰਦੀ ਹੈ। ਬਹੁਤ ਜ਼ਿਆਦਾ ਵਰਖਾ ਦਾ ਦੂਸਰਾ ਵੱਡਾ ਖੇਤਰ ਦੇਸ਼ ਦੇ ਉੱਤਰ ਪੂਰਬੀ ਭਾਗਾਂ ਵਿੱਚ, ਜਿਸ ਵਿੱਚ ਦਾਰਜਲਿੰਗ ਜ਼ਿਲ੍ਹਾ, ਬੰਗਾਲ ਦੁਆਰ, ਅਸਾਮ ਅਤੇ ਮੇਘਾਲਿਆ ਦੀਆਂ ਪਹਾੜੀਆਂ ਆਉਂਦੀਆਂ ਹਨ। ਇਹਨਾਂ ਸਥਾਨਾਂ 'ਤੇ ਚਿਰਾਪੂੰਜੀ ਵਿਖੇ ਜਾਂ ਇਸ ਦੇ ਨੇੜੇ ਹੀ ਸਥਿਤ ਮਾਸਿਨਰਾਮ ਜਿੱਥੇ ਸੰਸਾਰ ਭਰ ਵਿੱਚ ਸਭ ਤੋਂ ਵੱਧ ਵਰਖਾ ਵਾਲੇ ਸਥਾਨ ਨੇ। ਯਾਨੀ ਕਿ ਆਪਾਂ ਇਹ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਇੰਡੀਆ ਦਾ ਜਿਹੜਾ ਮੈਪ ਹੈ ਇਹ ਕੀ ਹੈ ਜੀ, ਦੱਖਣ ਪੱਛਮ ਪਵਨਾਂ ਆਉਂਦੀਆਂ ਨੇ ਅਤੇ ਸਭ ਤੋਂ ਜ਼ਿਆਦਾ ਵਰਖਾ ਕਰਦੀਆਂ ਨੇ ਕਿਹੜੇ ਇਲਾਕਿਆਂ 'ਚ, ਆਪਣੇ ਜਿਹੜਾ ਪੱਛਮੀ ਘਾਟ ਦਾ ਪੱਛਮੀ ਤੱਟ ਹੈ, ਜਿਹੜਾ ਕੇਰਲ ਵਾਲਾ ਏਰੀਆ ਹੈ ਇੱਥੇ ਬਹੁਤ ਜ਼ਿਆਦਾ। ਅਤੇ ਇਸ ਦੇ ਇਲਾਵਾ ਜੋ ਪੂਰਬੀ ਜਿਹੜੇ ਆਪਣੇ ਉੱਤਰੀ ਪੂਰਬੀ ਜਿਹੜੇ ਸਟੇਟ ਨੇ ਉਹਨਾਂ ਦੇ ਵਿੱਚ ਅਸਾਮ ਦੀਆਂ ਜਾਂ ਫਿਰ ਦਾਰਜਲਿੰਗ ਦਾ ਏਰੀਆ ਅਤੇ ਜੋ ਮੇਘਾਲਿਆ ਦਾ ਏਰੀਆ, ਇੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਕਿੰਨੀ, 200 ਸੈਂਟੀਮੀਟਰ ਪਲੱਸ ਜਿਹੜੀ ਹੈ ਵਰਖਾ ਹੁੰਦੀ ਹੈ। ਅਤੇ ਸੰਸਾਰ ਦੀ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ ਜੀ ਆਪਣੇ ਮੇਘਾਲਿਆ ਸਟੇਟ 'ਚ ਪਾਇਆ ਜਾਂਦਾ ਹੈ। ਕਿਹੜਾ, ਚਿਰਾਪੂੰਜੀ ਦਾ ਇਲਾਕਾ, ਮਾਸਿਨਰਾਮ। ਇਹ ਤੁਸੀਂ ਯਾਦ ਰੱਖਣਾ ਹੈ ਕਿ ਸੰਸਾਰ ਅਤੇ ਇੰਡੀਆ ਦੀ ਸਭ ਤੋਂ ਜ਼ਿਆਦਾ ਵਰਖਾ ਵਾਲਾ ਸਥਾਨ ਹੈ ਜੀ ਮਾਸਿਨਰਾਮ। ਠੀਕ ਹੈ, ਇੰਪੋਰਟੈਂਟ ਕੁਐਸਚਨ ਬਣਦਾ ਹੈ। ਨੈਕਸਟ ਹੈ ਵੱਧ ਵਰਖਾ ਵਾਲੇ ਖੇਤਰ। ਕਿਹੜੇ, ਵੱਧ ਵਰਖਾ ਵਾਲੇ ਖੇਤਰ, ਯਾਨੀ ਕਿ 150 ਤੋਂ 200 ਸੈਂਟੀਮੀਟਰ ਤੱਕ ਵਰਖਾ ਹੁੰਦੀ ਹੈ ਜਿਨ੍ਹਾਂ ਖੇਤਰਾਂ 'ਚ, ਉਹਨਾਂ ਨੂੰ ਆਖਦੇ ਨੇ ਵੱਧ ਵਰਖਾ ਵਾਲੇ ਖੇਤਰ। ਤਾਂ ਪੱਛਮੀ ਘਾਟ ਦੇ ਨਾਲ ਨਾਲ ਉੱਤਰ ਦੱਖਣ ਦਿਸ਼ਾ ਵਿੱਚ ਤਾਪਤੀ ਨਦੀ ਦੇ ਮੁਹਾਨੇ ਤੋਂ ਲੈ ਕੇ ਕੇਰਲਾ ਦੇ ਮੈਦਾਨਾਂ ਤੱਕ ਫੈਲੀ ਹੋਈ ਹੈ। ਠੀਕ ਹੈ ਜੀ, ਯਾਨੀ ਕਿ ਆਪਾਂ ਗੱਲ ਕਰੀਏ ਕਿ ਇਹ ਆਪਣੇ ਭਾਰਤ ਦਾ ਨਕਸ਼ਾ ਹੋ ਗਿਆ। ਇੱਥੇ ਕੀ ਹੈ, ਤਾਪਤੀ ਨਦੀ ਬਹਿ ਰਹੀ ਹੈ, ਕਿੱਧਰ ਨੂੰ, ਪੱਛਮ ਵੱਲ ਨੂੰ ਬਹਿ ਰਹੀ ਹੈ। ਠੀਕ ਹੈ ਜੀ, ਅਤੇ ਕਿੱਥੇ ਡਿੱਗਦੀ ਹੈ, ਅਰਬ ਸਾਗਰ ਦੇ ਵਿੱਚ ਡਿੱਗਦੀ ਹੈ ਤਾਪਤੀ ਨਦੀ। ਅਤੇ ਕੀ ਹੈ, ਇਹ ਤਾਪਤੀ ਨਦੀ ਦੇ ਮੁਹਾਨੇ ਤੋਂ ਲੈ ਕੇ ਅਤੇ ਕੇਰਲ ਦੇ ਮੈਦਾਨ ਤੱਕ ਫੈਲੀ ਹੋਈ ਹੈ। ਕੇਰਲ ਇੱਥੇ, ਠੀਕ ਹੈ ਜੀ, ਯਾਨੀ ਕਿ ਪੱਛਮੀ ਘਾਟ ਦਾ ਪੂਰਬੀ ਇਲਾਕਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਇੱਥੇ ਤੱਕ ਜਿਹੜੀ ਹੈ ਵੱਧ ਵਰਖਾ ਵਾਲਾ ਖੇਤਰ ਹੈ, ਯਾਨੀ ਕਿ ਇੱਥੇ 150 ਤੋਂ 200 ਸੈਂਟੀਮੀਟਰ ਤੱਕ ਦੀ ਵਰਖਾ ਹੁੰਦੀ ਹੈ। ਨੈਕਸਟ ਪੁਆਇੰਟ ਹੈ ਜ਼ਿਆਦਾ ਵਰਖਾ ਵਾਲੀ ਦੂਸਰੀ ਪੱਟੀ ਹਿਮਾਲਿਆ ਦੀਆਂ ਦੱਖਣੀ ਢਲਾਨਾਂ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਅਸਾਮ ਦੀ ਹੇਠਲੀ ਘਾਟੀ ਤੱਕ ਜਾ ਪੁੱਜਦੀ ਹੈ। ਯਾਨੀ ਕਿ ਹਿਮਾਲਿਆ ਪਰਬਤ ਦਾ ਜਿਹੜਾ ਦੱਖਣੀ ਇਲਾਕਾ ਆ ਗਿਆ। ਠੀਕ ਹੈ ਜੀ, ਅਤੇ ਆਪਣੇ ਪ੍ਰਾਇਦਵੀਪ ਤੋਂ ਉਤਲਾ ਇਲਾਕਾ ਆ ਗਿਆ। ਇਹਨਾਂ ਦੇ ਵਿਚਾਲੇ ਜਿਹੜਾ ਇਲਾਕਾ ਹੈ ਉੱਥੇ ਜਿਹੜੀ ਹੈ ਵੱਧ ਵਰਖਾ ਹੁੰਦੀ ਹੈ, ਯਾਨੀ ਕਿ ਆਪਣੇ 150 ਸੈਂਟੀਮੀਟਰ ਦੇ ਆਸ-ਪਾਸ। ਠੀਕ ਹੈ ਜੀ, ਤਾਂ ਨੈਕਸਟ ਆਪਣਾ ਪੁਆਇੰਟ ਹੈ ਤੀਸਰੀ ਉੱਤਰ
ਦੱਖਣ ਦਿਸ਼ਾ ਵਿੱਚ ਫੈਲੀ ਹੋਈ ਪੱਟੀ ਵਿੱਚ ਤ੍ਰਿਪੁਰਾ, ਮਣੀਪੁਰ ਅਤੇ ਮਿਕਿਰ ਦੀਆਂ ਪਹਾੜੀਆਂ ਆਉਂਦੀਆਂ ਹਨ, ਜਿੱਥੇ ਸਾਲ ਵਿੱਚ 200 ਸੈਂਟੀਮੀਟਰ ਦੇ ਕਰੀਬ ਵਰਖਾ ਹੁੰਦੀ ਹੈ। ਤਾਂ ਜਿਹੜੀ ਆ ਮਣੀਪੁਰ ਹੈ ਇਹ ਵੀ ਆਪਣੇ ਉੱਤਰੀ ਪੂਰਬੀ ਸਟੇਟ ਹੈ, ਤ੍ਰਿਪੁਰਾ ਵੀ ਉੱਤਰੀ ਪੂਰਬੀ ਸਟੇਟ ਆ ਗਈ, ਅਤੇ ਮਿਕਿਰ ਦੀਆਂ ਪਹਾੜੀਆਂ ਵੀ ਉੱਤਰੀ ਪੂਰਬੀ ਸਟੇਟਾਂ ਅੰਦਰ ਹੀ ਪਾਈ ਜਾਂਦੀਆਂ ਨੇ। ਅਤੇ ਉੱਤਰੀ ਪੂਰਬੀ ਪਹਾੜੀਆਂ ਜਿਹੜੀਆਂ ਸਟੇਟਾਂ ਨੇ ਉੱਥੇ ਅੰਦਰ ਵੀ ਜਿਹੜੀ ਹੈ 200 ਸੈਂਟੀਮੀਟਰ ਵਰਖਾ ਹੁੰਦੀ ਹੈ, ਇਹ ਆਪਾਂ ਸਟੱਡੀ ਕੀਤਾ ਹੈ। ਨੈਕਸਟ ਪੁਆਇੰਟ ਹੈ ਦਰਮਿਆਨੀ ਵਰਖਾ ਵਾਲੇ ਖੇਤਰ। ਦਰਮਿਆਨੀ ਮਤਲਬ ਕਿ ਜਿਨ੍ਹਾਂ ਏਰੀਆ 'ਚ, ਜਿਨ੍ਹਾਂ ਖੇਤਰਾਂ ਦੇ ਵਿੱਚ 100 ਤੋਂ 150 ਸੈਂਟੀਮੀਟਰ ਦੀ ਵਰਖਾ ਹੁੰਦੀ ਹੈ ਉਹਨੂੰ ਆਖਦੇ ਨੇ ਦਰਮਿਆਨੀ ਵਰਖਾ ਵਾਲੇ ਖੇਤਰ। ਤਾਂ ਦਰਮਿਆਨੀ ਦਰਜੇ ਵਾਲੀ ਵਰਖਾ ਵਾਲੇ 3 ਖੇਤਰ ਮਿਲਦੇ ਨੇ। ਕਿਹੜੇ ਕਿਹੜੇ ਨੇ? ਪਹਿਲਾ ਹੈ ਸਭ ਤੋਂ ਵੱਡਾ ਖੇਤਰ ਉੜੀਸਾ, ਉੱਤਰੀ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਹੈ। ਠੀਕ ਹੈ, ਇਹ ਵਾਲਾ ਏਰੀਆ ਹੈ ਜਿੱਥੇ 100 ਤੋਂ 150 ਸੈਂਟੀਮੀਟਰ ਦੀ ਵਰਖਾ ਹੁੰਦੀ ਹੈ। ਦੂਸਰਾ ਹੈ ਜੀ ਦੂਸਰੀ ਪੱਟੀ ਕੋਰੋਮੰਡਲ ਤੱਟ। ਤਾਂ ਕੋਰੋਮੰਡਲ ਤੱਟ ਆਪਾਂ ਪੜ੍ਹਿਆ ਸੀਗਾ, ਕਿਹਨੂੰ ਆਖਦੇ ਨੇ? ਤਾਂ ਜਿਹੜਾ ਤਮਿਲਨਾਡੂ ਵਾਲਾ ਜਿਹੜਾ ਤੱਟੀ ਏਰੀਆ ਹੈਗਾ ਹੈ, ਜਿਹੜਾ ਤੱਟੀ ਸਥਾਨ ਹੈ ਉਹ ਹੈ ਜੀ ਆਪਣਾ ਕੋਰੋਮੰਡਲ ਤੱਟ ਅਖਵਾਉਂਦਾ ਹੈ। ਇਸ ਤੱਟੀ ਭਾਗ ਵਿੱਚ ਭਾਵੇਂ ਸਰਦੀਆਂ ਅਤੇ ਗਰਮੀਆਂ ਦੋਵੇਂ ਰੁੱਤਾਂ ਵਿੱਚ ਬਾਰਿਸ਼ ਹੁੰਦੀ ਹੈ, ਪਰ ਇੱਥੇ ਸਰਦੀਆਂ ਦੀਆਂ ਵਾਪਸ ਮੁੜਦੀਆਂ ਪਾਉਣਾ ਅਧਿਕ ਵਰਖਾ ਕਰਦੀਆਂ ਹਨ। ਯਾਨੀ ਕਿ ਜਿਹੜੀ ਤਮਿਲਨਾਡੂ ਅੰਦਰ ਵਰਖਾ ਹੁੰਦੀ ਹੈ ਉਹ ਆਪਣੀ ਸਰਦੀ ਵਿੱਚ ਹੁੰਦੀ ਹੈ, ਜੋ ਕਿ ਵਾਪਿਸ ਆਉਂਦੀਆਂ ਹੋਈਆਂ ਵਪਾਰਿਕ ਪਵਨਾਂ ਹੁੰਦੀਆਂ ਨੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੀਟਰੀਟਿੰਗ ਮਾਨਸੂਨ ਜਾਂ ਫਿਰ ਵਾਪਿਸ ਲੌਟਦੇ ਹੋਏ ਮਾਨਸੂਨ। ਤੀਸਰਾ ਪੁਆਇੰਟ ਹੈ ਜੀ ਤੀਸਰੀ ਲੰਬੀ ਪੱਟੀ ਪੱਛਮੀ ਘਾਟ ਦੀਆਂ ਪੂਰਬੀ ਢਲਾਣਾਂ 'ਤੇ ਨਰਮਦਾ ਨਦੀ ਦੇ ਮੁਹਾਨੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਵਿਸਥਾਰ ਹੈ। ਯਾਨੀ ਕਿ ਆਪਣਾ ਜੋ ਇੰਡੀਆ ਦਾ ਮੈਪ ਹੈ ਇੱਥੇ ਕਿਹੜੀ ਹੈ? ਨਰਮਦਾ ਨਦੀ ਵਹਿ ਰਹੀ ਹੈ, ਇੱਥੇ ਹੀ ਤਾਪਤੀ ਨਦੀ ਹੈ, ਅਤੇ ਇੱਥੋਂ ਲੈ ਕੇ ਆਪਣੇ ਨਰਮਦਾ ਨਦੀ ਤੋਂ ਲੈ ਕੇ ਜਿਹੜਾ ਕੰਨਿਆ ਕੁਮਾਰੀ ਕਿੱਥੇ ਜੀ? ਤਮਿਲਨਾਡੂ ਦੇ ਅੰਦਰ ਜਿਹੜੀ ਕੰਨਿਆ ਕੁਮਾਰੀ ਸਟੇਟ ਹੈ ਇਹਦਾ ਇਲਾਕਾ ਹੈ ਆਪਣੇ ਪੱਛਮੀ ਘਾਟ ਦਾ ਪੂਰਬੀ ਇਲਾਕਾ। ਇੱਥੇ ਵੀ ਜੀ ਹੈ ਆਪਣੀ ਵਰਖਾ ਹੁੰਦੀ ਹੈ ਕਿੰਨੀ? 100 ਤੋਂ 150 ਸੈਂਟੀਮੀਟਰ ਦੇ ਵਿਚਾਲੇ। ਨੈਕਸਟ ਪੁਆਇੰਟ ਹੈ ਘੱਟ ਵਰਖਾ ਵਾਲੇ ਖੇਤਰ। ਕਿਹੜੇ? ਜਿੱਥੇ ਘੱਟ ਵਰਖਾ ਹੁੰਦੀ ਹੈ ਕਿੰਨੀ? 50 ਸੈਂਟੀਮੀਟਰ ਤੋਂ ਲੈ ਕੇ 100 ਸੈਂਟੀਮੀਟਰ ਤੱਕ ਜਿਹੜਾ ਇਲਾਕਾ ਹੁੰਦਾ ਹੈ ਉਹਨੂੰ ਆਖਦੇ ਨੇ ਘੱਟ ਵਰਖਾ ਵਾਲੇ ਖੇਤਰ। ਅਤੇ ਇਹਨਾਂ ਵਿੱਚ ਕਿਹੜੇ ਕਿਹੜੇ ਖੇਤਰ ਆਉਂਦੇ ਨੇ ਆਪਾਂ ਦੇਖਦੇ ਹਾਂ। ਇਸ ਵਿੱਚ ਪੱਛਮੀ ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ, ਅੰਦਰੂਨੀ ਮਹਾਰਾਸ਼ਟਰ, ਕਰਨਾਟਕਾ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਖੇਤਰ ਆਉਂਦੇ ਨੇ। ਠੀਕ ਹੈ, ਤਾਂ ਮੇਨਲੀ ਆਪਾਂ ਕੀ ਰੱਖਣਾ ਕਿ ਪੰਜਾਬ ਅਤੇ ਹਰਿਆਣਾ, ਕਿਉਂਕਿ ਆਪਣਾ ਐਗਜ਼ਾਮ ਜਿਹੜਾ ਹੈ ਆਪਣਾ ਪੰਜਾਬ ਦਾ ਹੈ, ਤਾਂ ਇਹ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ ਜਿਹੜਾ ਇਲਾਕਾ ਹੈ ਇਹ ਕਿਸ ਵਰਖਾ ਖੇਤਰ ਵਿੱਚ ਆਉਂਦਾ ਹੈ? ਤਾਂ ਘੱਟ ਵਰਖਾ ਖੇਤਰ, ਜਿੱਥੇ 50 ਤੋਂ ਲੈ ਕੇ 100 ਸੈਂਟੀਮੀਟਰ ਤੱਕ ਦੀ ਵਰਖਾ ਹੁੰਦੀ ਹੈ। ਨੈਕਸਟ ਪੁਆਇੰਟ ਹੈ ਸਭ ਤੋਂ ਘੱਟ ਵਰਖਾ ਵਾਲੇ ਖੇਤਰ। ਇਹਨਾਂ ਖੁਸ਼ਕ ਖੇਤਰਾਂ ਵਿੱਚ ਸਾਰੇ ਸਾਲ ਵਿੱਚ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ। ਯਾਨੀ ਕਿ ਇੱਕ ਆਪਾਂ ਮੰਨੀਏ ਤਾਂ ਇਹ ਜਿਹੜਾ ਇਲਾਕਾ ਹੋਊਗਾ ਇੱਕਦਮ ਸੋਕਾ ਪੈਣ ਵਾਲਾ ਇਲਾਕਾ ਹੋਊਗਾ। ਇੱਥੇ ਬਹੁਤ ਜ਼ਿਆਦਾ ਜਿਹੜੀ ਹੈ ਫਸਲ ਵੀ ਵਧੀਆ ਨਹੀਂ ਹੁੰਦੀ ਹੋਊਗੀ ਅਤੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਹੋਏਗੀ। ਤਾਂ ਖੁਸ਼ਕ ਖੇਤਰਾਂ ਵਿੱਚ ਸਾਰੇ ਸਾਲ ਵਿੱਚ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ। ਅਜਿਹੇ ਖੇਤਰਾਂ ਵਿੱਚ ਪੱਛਮੀ ਰਾਜਸਥਾਨ ਦਾ ਖੇਤਰ ਅਤੇ ਪੰਜਾਬ ਅਤੇ ਹਰਿਆਣੇ ਦੇ ਦੱਖਣ ਪੱਛਮੀ ਖੇਤਰ ਸ਼ਾਮਲ ਨੇ। ਠੀਕ ਹੈ ਜੀ, ਤਾਂ ਇਹ ਜਿਹੜਾ ਹੈ ਆਪਣੇ ਸਭ ਤੋਂ ਘੱਟ ਵਰਖਾ ਵਾਲੇ ਖੇਤਰ ਨੇ। ਠੀਕ ਹੈ, ਅਤੇ ਅੱਜ ਦੀ ਕਲਾਸ ਅੰਦਰ ਆਪਾਂ ਜਿਹੜਾ ਹੈ ਸਟੱਡੀ ਕਰ ਚੁੱਕੇ ਹਾਂ ਜੀ ਕਿ ਵਰਖਾ ਤੋਂ ਸੰਬੰਧਿਤ ਜੋ ਵੀ ਟੋਪਿਕ ਸੀਗਾ ਆਪਣੇ ਜਲਵਾਯੂ ਚੈਪਟਰ ਦੇ ਅੰਦਰ। ਅਤੇ ਅੱਗੇ ਆਪਾਂ ਪੜ੍ਹਾਂਗੇ ਕਿਹੜਾ? ਅੱਗੇ ਆਪਾਂ ਪੜ੍ਹਾਂਗੇ ਜੀ ਰੁੱਤਾਂ ਬਾਰੇ ਕਿ ਕਿਸ ਤਰ੍ਹਾਂ ਜੋ ਹੈ ਸਰਦੀ ਦੀ ਰੁੱਤ ਆਉਂਦੀ ਹੈ, ਗਰਮੀ ਦੀ ਆਉਂਦੀ ਹੈ, ਮਾਨਸੂਨੀ ਆਉਂਦੀ ਹੈ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਆਪਣਾ ਇਹ ਚੈਪਟਰ ਜਿਹੜਾ ਹੈ ਕੰਪਲੀਟ ਹੋ ਜਾਏਗਾ। ਅਤੇ ਤੁਹਾਨੂੰ ਕਲਾਸ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਲਾਈਕ ਕਰਕੇ ਦੱਸਣਾ ਹੈ, ਕਮੈਂਟ ਕਰਕੇ ਦੱਸਣਾ ਹੈ, ਅਤੇ ਨਾਲ ਦੀ ਨਾਲ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਨੂੰ ਮਿਲ ਸਕੇ। ਅਤੇ ਇਸ ਕਲਾਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਅੰਦਰ ਜੋ ਹੈ ਟੈਲੀਗ੍ਰਾਮ ਦਾ ਲਿੰਕ ਹੈ, ਟੈਲੀਗ੍ਰਾਮ ਨੂੰ ਜੁਆਇਨ ਕਰ ਲਵੋ ਤਾਂ ਕਿ ਉੱਥੇ ਹਰ ਇੱਕ ਅਪਡੇਟ ਤੁਹਾਨੂੰ ਮਿਲਦੀ ਰਹੇ। ਧੰਨਵਾਦ।